ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਸੁਖਦੀਪ ਕੌਰ ਸੰਧੂ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਨਾਮ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਆਸਟ੍ਰੇਲੀਆ ਦੇ ਵੱਲੋਂ ਅੰਤਰਰਾਸ਼ਟਰੀ ਯਾਤਰਾ ਮੁੜ ਚਾਲੂ ਕਰਨ ਦਾ ਐਲਾਨ। ਦੋ ਭਾਰਤੀ ਅਮਰੀਕਨ ਸੰਗਠਨਾਂ ਨੇ ਮਿਲ ਕੇ ਪੂਰੇ ਅਮਰੀਕਾ ਦੇ ਵਿੱਚ 75 ਮਿਲੀਅਨ ਤੋਂ ਵੱਧ ਭੋਜਨ ਦੀ ਕੀਤੀ ਸੇਵਾ। यूके कोरोना दौरान सैकड़े विद्यार्थियों को यूनीवर्सिटी की रिहायश छड्डण दे होए नोटिस जारी। टोरंटो दे विच भारतीय वणज दूत घर कोल मिलिया बंब। फ्रांस के साबका राष्ट्रपति सरकोजी नूं 1 साल की सजा। अफगानिस्तान नूं लैके कई मुद्दों ते समान है भारत ते अमरीका की सोच। जयशंकर। अमरीका दे विच व्यक्ति जहाज का एमरजेंसी दरवाजा खोल के खंभा उत्ते चढ़िया। हुण खबरां विस्तार दे नाल। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਯਾਤਰਾ ਨੂੰ ਫਿਰ ਤੋਂ ਚਾਲੂ ਕਰਨ ਅਤੇ ਸਰਹੱਦੀ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ। ਮੌਰਿਸਨ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਸਰਹੱਦ ਅਗਲੇ ਮਹੀਨੇ ਉਹਨਾਂ ਰਾਜਾਂ ਦੇ ਲਈ ਦੁਬਾਰਾ ਖੁੱਲ ਜਾਵੇਗੀ ਜੋ 80% ਟੀਕਾਕਰਨ ਦੀ ਦਰ ਤੇ ਪਹੁੰਚ ਗਏ ਨੇ। ਯੋਜਨਾ ਦੇ ਪਹਿਲੇ ਪੜਾਅ ਦੇ ਵਿੱਚ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਸਟ੍ਰੇਲੀਆ ਛੱਡਣ ਦੀ ਇਜਾਜ਼ਤ ਦੇਣ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਹੋਰ ਤਬਦੀਲੀਆਂ ਦੇ ਨਾਲ ਵਿਦੇਸ਼ੀ ਯਾਤਰੀਆਂ ਨੂੰ ਦੇਸ਼ ਦੇ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਮਿਲਣ ਦੀ ਉਮੀਦ ਵੀ ਹੈ। ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਵਾਪਸ ਦੇਣ ਦਾ ਸਮਾਂ ਆ ਗਿਆ ਹੈ। ਮਹਾਮਾਰੀ ਦੇ ਸਮੇਂ ਅਸੀਂ ਲੋਕਾਂ ਦੀ ਜਾਨ ਬਚਾਈ, ਰੋਜੀ ਰੋਟੀ ਬਚਾਈ, ਪਰ ਸਾਨੂੰ ਇਹ ਯਕੀਨੀ ਬਣਾਉਣ ਦੇ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਆਸਟ੍ਰੇਲੀਆਈ ਲੋਕ ਉਹ ਜੀਵਨ ਨੂੰ ਦੁਬਾਰਾ ਪ੍ਰਾਪਤ ਕਰ ਸਕਣ ਜੋ ਉਹਨਾਂ ਕੋਲ ਕਿਸੇ ਸਮੇਂ ਇਸ ਦੇਸ਼ ਦੇ ਵਿੱਚ ਸੀ। ਦੱਸ ਦਈਏ ਕਿ ਮੌਰਿਸਨ ਨੇ ਮਾਰਚ 2020 ਦੇ ਵਿੱਚ ਅੰਤਰਰਾਸ਼ਟਰੀ ਸਰਹੱਦ ਨੂੰ ਬੰਦ ਕਰ ਦਿੱਤਾ ਸੀ। ਉਦੋਂ ਤੋਂ ਸਿਰਫ ਸੀਮਤ ਗਿਣਤੀ ਦੇ ਵਿੱਚ ਲੋਕਾਂ ਨੂੰ ਮਹੱਤਵਪੂਰਨ ਵਪਾਰਿਕ ਜਾਂ ਮਨੁੱਖੀ ਕਾਰਨਾਂ ਕਰਕੇ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ। ਮੌਰਿਸਨ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਨਵੰਬਰ ਦੇ ਵਿੱਚ ਪਹਿਲਾ ਹੋਮ ਕੁਆਰੰਟਾਈਨ ਸਿਸਟਮ ਲਾਗੂ ਹੋ ਜਾਵੇਗਾ। ਹੰਗਰ ਮਿਟਾਓ ਅਤੇ ਯੂਨਾਈਟਿਡ ਸਿੱਖਸ ਦੇ ਸਾਂਝੇ ਉਦਮ ਸਦਕਾ ਫੀਡਿੰਗ ਅਮਰੀਕਾ ਅਤੇ ਸੰਯੁਕਤ ਰਾਜ ਦੇ ਵਿੱਚ ਇਸ ਦੇ 200 ਤੋਂ ਵੱਧ ਫੂਡ ਬੈਂਕਾਂ ਦੇ ਵਿਸ਼ਾਲ ਨੈਟਵਰਕ ਦੁਆਰਾ ਭੋਜਨ ਦੀ ਅਸੁਰੱਖਿਆ ਨੂੰ ਦੂਰ ਕਰਨ ਦੇ ਲਈ ਫੌਜਾਂ ਵਿੱਚ ਵੀ ਸ਼ਾਮਿਲ ਹੋਏ ਨੇ। ਸੋ ਇਸ ਸੰਬੰਧੀ ਯੂਨਾਈਟਿਡ ਸਿੱਖਸ ਦੇ CEO ਸਰਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਸੰਯੁਕਤ ਰਾਜ ਦੇ ਵਿੱਚ ਭੁੱਖਮਰੀ ਦੇ ਨਾਲ ਲੜਨ ਦੇ ਲਈ ਹੰਗਰ ਮਿਟਾਓ ਅੰਦੋਲਨ ਦੇ ਨਾਲ ਸਾਂਝੇਦਾਰੀ ਕਰਨ ਦੇ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਇਹ ਸਾਨੂੰ ਦੂਜਿਆਂ ਨੂੰ ਆਪਣੇ ਤੋਂ ਅੱਗੇ ਰੱਖਣ ਦੇ ਸਿੱਖੀ ਦੇ ਸਿਧਾਂਤਾਂ ਨੂੰ ਹੋਰ ਵੀ ਉੱਚੇ ਪੱਧਰ ਤੇ ਲਾਗੂ ਕਰਨ ਦੀ ਆਗਿਆ ਵੀ ਦਿੰਦਾ ਹੈ। ਹੰਗਰ ਮਿਟਾਓ ਅਮਰੀਕਾ ਦੇ ਵਿੱਚ ਭੁੱਖ ਦੇ ਮੁੱਦੇ ਦੇ ਦੁਆਲੇ 40 ਲੱਖ ਦੇ ਕਰੀਬ ਮਜ਼ਬੂਤ ਭਾਰਤੀ ਪ੍ਰਵਾਸੀਆਂ ਦੇ ਸਰੋਤਾਂ ਅਤੇ ਯਤਨਾਂ ਨੂੰ ਇਕਜੁੱਟ ਕਰਨ ਤੇ ਕੇਂਦਰਿਤ ਕਰਦਾ ਹੈ ਅਤੇ ਜਿਸ ਦੇ ਨਾਲ ਸਾਡੀ ਗੋਦ ਲਈ ਗਈ ਧਰਤੀ ਦੇ ਵਿੱਚ ਪਰਿਵਰਤਨਸ਼ੀਲ ਤਬਦੀਲੀ ਪ੍ਰਭਾਵਿਤ ਹੁੰਦੀ ਹੈ। यूके ਦੇ ਵਿੱਚ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ ਸੈਂਕੜੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਰਿਹਾਇਸ਼ ਛੱਡਣ ਦੇ ਲਈ ਨੋਟਿਸ ਜਾਰੀ ਕੀਤੇ ਗਏ। ਇਸ ਸੰਬੰਧ ਵਿੱਚ ਫਰੀडम ਆਫ ਇਨਫੋਰਮੇਸ਼ਨ ਦੀ ਬੇਨਤੀ ਰਾਹੀਂ ਆਪਣੇ ਜਾਣਕਾਰੀ ਦੇ ਅਨੁਸਾਰ ਪਿਛਲੇ ਵਿਦਿਅਕ ਵਰ੍ਹੇ ਦੌਰਾਨ 340 ਤੋਂ ਵੱਧ ਵਿਦਿਆਰਥੀਆਂ ਨੂੰ ਨੋਟਿਸ ਟੂ ਕੁਇਟ ਰਾਹੀਂ ਆਪਣੀ ਰਿਹਾਇਸ਼ ਛੱਡਣ ਦੇ ਲਈ ਕਿਹਾ ਗਿਆ। ਸੋ ਇਸ ਨੋਟਿਸ ਤਹਿਤ ਵਿਦਿਆਰਥੀਆਂ ਨੂੰ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਵੱਖ-ਵੱਖ ਕਾਰਨਾਂ ਕਰਕੇ ਰਿਹਾਇਸ਼ ਛੱਡਣ ਦੇ ਲਈ ਕਿਹਾ ਗਿਆ, ਜਿਨ੍ਹਾਂ ਦੇ ਵਿੱਚ ਕੋਵਿਡ ਦਿਸ਼ਾ ਨਿਰਦੇਸ਼ ਦੀ ਉਲੰਘਣਾ, ਨਸ਼ੇ ਵਾਲੇ ਪਦਾਰਥਾਂ ਦੇ ਨਾਲ ਸੰਬੰਧਿਤ ਅਪਰਾਧਾਂ, ਕਿਰਾਏ ਦਾ ਭੁਗਤਾਨ ਅਤੇ ਸ਼ੋਰ ਆਦਿ ਦੇ ਮੁੱਦੇ ਸ਼ਾਮਿਲ ਸਨ। ਸੋ ਜਾਣਕਾਰੀ ਅਨੁਸਾਰ ਘੱਟੋ ਘੱਟ 42 ਯੂਨੀਵਰਸਿਟੀਆਂ ਨੇ 2020-21 ਵਿਦਿਅਕ ਸਾਲ ਦੌਰਾਨ ਵਿਦਿਆਰਥੀਆਂ ਨੂੰ ਐਂਟੀ-ਕਿਊ ਜਾਰੀ ਕੀਤੇ, ਜਿਸ ਦੇ ਵਿੱਚ ਇਸ ਸਾਲ ਦੀ ਰਾਸ਼ਟਰੀ ਤਾਲਾਬੰਦੀ ਵੀ ਸ਼ਾਮਿਲ ਹੈ। ਬਹੁਤ ਸਾਰੇ ਵਿਦਿਆਰਥੀਆਂ ਨੇ ਐਂਟੀ-ਕਿਊ ਦੇ ਵੱਲੋਂ ਨਿਰਧਾਰਿਤ ਸਮੇਂ ਦੇ ਅੰਦਰ ਆਪਣੀ ਰਿਹਾਇਸ਼ ਖਾਲੀ ਕਰ ਦਿੱਤੀ, ਜੋ ਕੁਝ ਮਾਮਲਿਆਂ ਦੇ ਵਿੱਚ 1 ਮਹੀਨਾ ਸੀ। ਸੋ ਫਰੀडम ਆਫ ਇਨਫੋਰਮੇਸ਼ਨ ਦੇ ਅਨੁਸਾਰ ਐਡਿਨਬਰਾ ਨੈਪੀਅਰ ਯੂਨੀਵਰਸਿਟੀ ਨੇ ਪਿਛਲੇ ਵਿਦਿਅਕ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਤੱਕ 40 ਵਿਦਿਆਰਥੀਆਂ ਨੂੰ ਐਂਟੀ-ਕਿਊ ਦਿੱਤੇ ਅਤੇ ਗ੍ਰੀਨ ਦੇ ਵਿੱਚ ਯੂਨੀਵਰਸਿਟੀ ਨੇ ਫਰਵਰੀ ਦੇ ਵਿੱਚ ਕਿਰਾਏ ਤੇ ਬਕਾਏ ਦੇ ਲਈ 68 ਨੋਟਿਸ ਜਾਰੀ ਕੀਤੇ। ਇਹਨਾਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦੇ ਵੱਲੋਂ ਬਕਾਇਆ ਕਿਰਾਇਆ ਮਿਲਣ ਤੋਂ ਬਾਅਦ ਕੁਝ ਨੋਟਿਸ ਰੱਦ ਵੀ ਕਰ ਦਿੱਤੇ ਗਏ। ਇਹਨਾਂ ਤੋਂ ਇਲਾਵਾ ਹੋਰ ਵੀ ਕਈ ਪ੍ਰਮੁੱਖ ਯੂਨੀਵਰਸਿਟੀਆਂ ਦੇ ਵੱਲੋਂ ਇਸ ਤਰ੍ਹਾਂ ਦੇ ਨੋਟਿਸ ਵਿਦਿਆਰਥੀਆਂ ਨੂੰ ਮਹਾਮਾਰੀ ਦੌਰਾਨ ਜਾਰੀ ਕੀਤੇ ਗਏ ਨੇ। ਟੋਰਾਂਟੋ ਦੇ ਵਿੱਚ ਭਾਰਤੀ ਵਣਜ ਦੂਤਘਰ ਦੀ ਇਮਾਰਤ ਦੇ ਕੋਲ ਬੰਬ ਮਿਲਿਆ ਹੈ। ਪੁਲਿਸ ਨੇ ਬੰਬ ਰੱਖਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਵਣਜ ਦੂਤਘਰ ਦੀ ਇਮਾਰਤ ਦੇ ਕੋਲ ਇੱਕ ਸ਼ੱਕੀ ਪੈਕੇਜ ਮਿਲਿਆ ਹੈ, ਜਿਸ ਦੇ ਵਿੱਚ ਬੰਬ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਨੇ ਸਮੇਂ ਰਹਿੰਦੇ ਉਸ ਪੈਕੇਜ ਨੂੰ ਦੂਰ ਲਿਜਾ ਕੇ ਨਕਾਰਾ ਕਰ ਦਿੱਤਾ ਹੈ। ਸ਼ੱਕੀ ਪੈਕੇਜ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਦੇ ਕਰੀਬ ਸ਼ੇਰਬੌਨ ਸਟਰੀਟ ਦੇ ਕੋਲ ਬਲਰ ਸਟਰੀਟ ਦੀ ਇਮਾਰਤ ਦੇ ਕੋਲ ਮਿਲਿਆ। ਇਸ ਇਮਾਰਤ ਦੇ ਕੋਲ ਬੰਬ ਰੱਖਿਆ ਗਿਆ ਸੀ। ਉਸ ਬਿਲਡਿੰਗ ਦੇ ਵਿੱਚ
ਵਿੱਚ ਭਾਰਤੀ ਵਣਜ ਦੂਤਘਰ ਤੋਂ ਇਲਾਵਾ ਹੋਰ ਵੀ ਕਈ ਦੂਤਘਰ ਹਨ ਅਤੇ ਨਾਲ ਹੀ ਟੋਰਾਂਟੋ ਸਨ ਅਤੇ ਨੈਸ਼ਨਲ ਪੋਸਟ ਸਮਾਚਾਰ ਪੱਤਰਾਂ ਦੇ ਦਫ਼ਤਰ ਪੋਸਟ ਮੀਡੀਆ ਪੈਲੇਸ ਵੀ ਨੇ। ਸੋ ਸਥਾਨਕ ਮੀਡੀਆ ਅਨੁਸਾਰ ਸੜਕ ਵਿਚਕਾਰ ਇੱਕ ਸੂਟਕੇਸ ਪਿਆ ਹੋਇਆ ਸੀ। ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਸਨੇ ਉੱਥੋਂ ਰੋਡ ਬਲੌਕ ਕਰ ਦਿੱਤਾ ਤੇ ਲੋਕਾਂ ਨੂੰ ਉੱਥੋਂ ਆਉਣ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਬੰਬ ਨਿਕਾਰਾ ਟੀਮ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਇਸ ਨੂੰ ਨਸ਼ਟ ਕਰ ਦਿੱਤਾ। ਪੁਲਿਸ ਨੇ ਮੰਗਲਵਾਰ ਨੂੰ ਟਵੀਟ ਕੀਤਾ ਹੈ ਕਿ ਭਾਰਤੀ ਵਣਜ ਦੂਤਘਰ ਦੀ ਇਮਾਰਤ ਦੇ ਕੋਲ ਬੰਬ ਰੱਖਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਉਸ ਸ਼ਖਸ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ 2012 ਦੇ ਵਿੱਚ ਚੋਣ ਲੜਨ ਦੌਰਾਨ ਪ੍ਰਚਾਰ ਤੇ ਤੈਅਸ਼ੁਦਾ ਰਕਮ ਤੋਂ ਜ਼ਿਆਦਾ ਪੈਸਾ ਖਰਚ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ 1 ਸਾਲ ਦੇ ਲਈ ਘਰ ਦੇ ਵਿੱਚ ਨਜ਼ਰਬੰਦ ਰਹਿਣ ਦੀ ਸਜ਼ਾ ਸੁਣਾਈ ਗਈ। ਸੋ ਅਦਾਲਤ ਉਸ ਨੂੰ ਇੱਕ ਇਲੈਕਟ੍ਰੋਨਿਕ ਨਿਗਰਾਨੀ ਬ੍ਰੈਸਲੇਟ ਪਹਿਨ ਕੇ ਘਰ ਦੇ ਵਿੱਚ ਸਜ਼ਾ ਕੱਟਣ ਦੀ ਮਨਜ਼ੂਰੀ ਦੇਵੇਗੀ। ਸਰਕੋਜ਼ੀ ਤੇ ਦੁਬਾਰਾ ਚੋਣ ਲੜਨ ਦੇ ਲਈ ਖਰਚ ਕੀਤੀ ਜਾਣ ਵਾਲੀ ਜਾਇਜ਼ ਰਕਮ 2.25 ਕਰੋੜ ਯੂਰੋ ਤੋਂ ਤਕਰੀਬਨ ਦੁੱਗਣਾ ਪੈਸਾ ਖਰਚ ਕਰਨ ਦਾ ਦੋਸ਼ ਹੈ। ਉਂਝ ਉਹ ਸਮਾਜਵਾਦੀ ਆਗੂ ਫਰਾਂਸਵਾ ਓਲਾਂਦ ਤੋਂ ਚੋਣ ਹਾਰ ਗਏ ਸਨ। ਸਰਕੋਜ਼ੀ 2007 ਤੋਂ 2012 ਤੱਕ ਫਰਾਂਸ ਦੇ ਰਾਸ਼ਟਰਪਤੀ ਰਹੇ ਅਤੇ ਉਹ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਸਨ। ਉਹਨਾਂ ਦੇ ਕੋਲ ਸਜ਼ਾ ਖਿਲਾਫ ਅਪੀਲ ਦਾਖਲ ਕਰਨ ਦੀ ਗੁੰਜਾਇਸ਼ ਹੈ, ਜਿਸ ਕਾਰਨ ਸਜ਼ਾ ਮੁਲਤਵੀ ਹੋ ਸਕਦੀ ਹੈ। ਸਜ਼ਾ ਸੁਣਾਉਣ ਸਮੇਂ ਸਰਕੋਜ਼ੀ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਸਨ। ਅਦਾਲਤ ਨੇ ਕਿਹਾ ਕਿ ਸਰਕੋਜ਼ੀ ਨਿਯਮਾਂ ਨੂੰ ਜਾਣਦੇ ਸਨ ਪਰ ਫਿਰ ਵੀ ਉਹਨਾਂ ਪ੍ਰਚਾਰ ਦੌਰਾਨ ਦੁੱਗਣੀ ਰਕਮ ਖਰਚ ਕੀਤੀ ਹੈ। ਸੋ ਉਹਨਾਂ ਦੇ ਵਕੀਲਾਂ ਨੇ 6 ਮਹੀਨੇ ਦੀ ਸਜ਼ਾ ਅਤੇ 3750 ਯੂਰੋ ਜੁਰਮਾਨੇ ਦੀ ਆਦੇਸ਼ ਸੁਣਾਉਣ ਦੀ ਵੀ ਮੰਗ ਕੀਤੀ ਸੀ। ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਹੋਰ ਮਾਮਲੇ ਦੇ ਵਿੱਚ 1 ਮਾਰਚ ਨੂੰ 1 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਅਪੀਲ ਬਕਾਇਆ ਹੋਣ ਕਰਕੇ ਉਹ ਆਜ਼ਾਦ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਹਾਲ ਦੇ ਘਟਨਾਕ੍ਰਮ ਦੇ ਨਾਲ ਸੰਬੰਧਿਤ ਕਈ ਮੁੱਦਿਆਂ ਤੇ ਭਾਰਤ ਅਤੇ ਅਮਰੀਕਾ ਦੀ ਸੋਚ ਇੱਕ ਸਮਾਨ ਹੈ, ਜਿਸ ਦੇ ਨਾਲ ਅੱਤਵਾਦ ਦੇ ਲਈ ਅਫਗਾਨ ਭੂਮੀ ਤੇ ਸੰਭਾਵਿਤ ਉਪਯੋਗ ਨੂੰ ਲੈ ਕੇ ਚਿੰਤਾਵਾਂ ਵੀ ਸ਼ਾਮਿਲ ਨੇ। ਸੋ ਜੈਸ਼ੰਕਰ ਨੇ ਇਹ ਵੀ ਕਿਹਾ ਹੈ ਕਿ ਕਈ ਅਜਿਹੇ ਪਹਿਲੂ ਨੇ ਜਿਨ੍ਹਾਂ ਤੇ ਦੋਵਾਂ ਦੇ ਵਿਚਕਾਰ ਸਮਾਨ ਨਹੀਂ ਹਨ। ਜੈਸ਼ੰਕਰ ਅਮਰੀਕਾ ਭਾਰਤ ਰਣਨੀਤੀ ਸਾਂਝੇਦਾਰੀ ਮੰਚ ਦੀ ਸਾਲਾਨਾ ਅਗਵਾਈ ਸੰਮੇਲਨ ਦੇ ਵਿੱਚ ਬੋਲ ਰਹੇ ਸਨ। ਉਹਨਾਂ ਨੇ ਕਿਹਾ ਹੈ ਕਿ ਤਾਲਿਬਾਨ ਸ਼ਾਸਨ ਨੂੰ ਮਾਨਤਾ ਦੇਣ ਸੰਬੰਧੀ ਕਿਸੇ ਵੀ ਪ੍ਰਸ਼ਨ ਦਾ ਵਿਧਾਨ ਦੋਹਾਂ ਸਮਝੌਤੇ 'ਚ ਸਮੂਹ ਵੱਲੋਂ ਕੀਤੀ ਗਈ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੇ ਆਧਾਰ ਤੇ ਕੀਤਾ ਜਾਣਾ ਚਾਹੀਦਾ ਹੈ। ਜੈਸ਼ੰਕਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਸ 'ਚੋਂ ਕਈ ਮੁੱਦਿਆਂ ਤੇ ਸਿਧਾਂਤਕ ਪੱਧਰ ਤੇ ਸਮਾਨ ਸੋਚ ਰੱਖਦੇ ਹਾਂ। ਸੋ ਇਸ ਦੇ ਵਿੱਚ ਨਿਸ਼ਚਿਤ ਰੂਪ ਦੇ ਨਾਲ ਅੱਤਵਾਦ ਸ਼ਾਮਿਲ ਹੈ। ਅਫਗਾਨ ਭੂਮੀ ਦੇ ਅੱਤਵਾਦ ਦੇ ਲਈ ਵਰਤੋਂ ਅਸੀਂ ਦੋਵਾਂ ਨੂੰ ਬਹੁਤ ਦ੍ਰਿੜਤਾ ਦੇ ਨਾਲ ਮਹਿਸੂਸ ਹੁੰਦਾ ਹੈ ਅਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਮੁਲਾਕਾਤ ਕੀਤੀ ਸੀ ਤਾਂ ਇਸ ਤੇ ਚਰਚਾ ਕੀਤੀ ਗਈ ਸੀ। ਸੋ ਉਹਨਾਂ ਨੇ ਪਾਕਿਸਤਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਅਜਿਹੇ ਮੁੱਦੇ ਵੀ ਹੋਣਗੇ ਜਿਨ੍ਹਾਂ ਤੇ ਅਸੀਂ ਘੱਟ ਸਹਿਮਤ ਹੋਵਾਂਗੇ। ਸਾਡੇ ਤਜਰਬੇ ਕੁਝ ਮਾਮਲਿਆਂ ਤੇ ਤੁਹਾਡੇ ਅਮਰੀਕਾ ਤੋਂ ਵੱਖ ਨੇ। ਅਸੀਂ ਉਸ ਖੇਤਰ ਦੇ ਵਿੱਚ ਸਰਹੱਦ ਤੇ ਅੱਤਵਾਦ ਤੋਂ ਪੀੜਤ ਹਾਂ ਅਤੇ ਇਹਨਾਂ ਚੋਂ ਕਈ ਤਰ੍ਹਾਂ ਦੇ ਨਾਲ ਅਫਗਾਨਿਸਤਾਨ ਦੇ ਕੁਝ ਗੁਆਂਢੀਆਂ ਦੇ ਬਾਰੇ 'ਚ ਸਾਡਾ ਦ੍ਰਿਸ਼ਟੀਕੋਣ ਤੈਅ ਕੀਤਾ ਹੈ। ਅਮਰੀਕਾ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਦੇ ਵਿੱਚ ਇੱਕ ਜਹਾਜ਼ ਦੇ ਵਿੱਚ ਸਵਾਰ ਵਿਅਕਤੀ ਜਹਾਜ਼ ਦੇ ਮਿਆਮੀ ਕੌਮਾਂਤਰੀ ਹਵਾਈ ਅੱਡੇ ਉੱਤੇ ਉਤਰਨ ਤੋਂ ਬਾਅਦ ਉਸ ਦਾ ਐਮਰਜੈਂਸੀ ਦਰਵਾਜ਼ਾ ਖੋਲ ਕੇ ਉਸ ਦੇ ਖੰਭਾਂ ਦੇ ਉੱਤੇ ਚੜ੍ਹ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਸੋ ਅਮਰੀਕਨ 에ਅਰਲਾਈਨਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸੁਰੱਖਿਆ ਬਲਾਂ ਨੇ ਤੁਰੰਤ ਉਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ। ਕੈਨੇਡਾ ਦੇ ਸਡਬਰੀ ਵਿੱਚ ਇੱਕ ਖਾਨ ਦੇ ਵਿੱਚ ਫਸੇ 39 ਮਜ਼ਦੂਰਾਂ ਦੇ ਵਿੱਚੋਂ 35 ਨੂੰ ਬਚਾ ਲਿਆ ਗਿਆ ਅਤੇ ਬਾਕੀ 4 ਬਚਾਅ ਕਾਰਜ ਅਜੇ ਵੀ ਜਾਰੀ ਹੈ। ਸੋ ਜਨਤਕ ਪ੍ਰਸਾਰਕ CBC ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ ਹੈ। CBC ਨੇ ਕਿਹਾ ਹੈ ਕਿ ਅਜੇ ਵੀ 4 ਕਰਮਚਾਰੀ ਸਥਿਤੀ ਬਾਰੇ ਕੋਈ ਅਪਡੇਟ ਨਹੀਂ ਮਿਲ ਰਹੀ ਹੈ। CBC ਨੇ ਮਾਈਨਿੰਗ ਕੰਪਨੀ ਵੈਲ ਦੀ ਬੁਲਾਰਾ ਡੈਨਿਕਾ ਪਗਨੂਟੀ ਦੇ ਹਵਾਲੇ ਤੋਂ ਬਾਅਦ ਬਚਾਏ ਗਏ ਮਜ਼ਦੂਰਾਂ ਦੀ ਸਿਹਤ ਠੀਕ ਹੈ ਇਸ ਦੇ ਬਾਰੇ ਦੱਸ ਦਿੱਤਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਖਾਨ ਦੇ ਅੰਦਰ ਭੇਜੀ ਜਾ ਰਹੀ ਇੱਕ ਸਕੂਪ ਬਾਲਟੀ ਵੱਖਰੀ ਹੋ ਗਈ ਅਤੇ ਉਸ ਕਾਰਨ ਖਾਨ ਦੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ ਗਿਆ, ਜਿਸ ਦੇ ਨਾਲ ਮਜ਼ਦੂਰਾਂ ਨੂੰ ਅੰਦਰ ਫਸੇ ਜਾਣ ਦੀ ਸੰਭਾਵਨਾ ਜਿਹੜੀ ਉਹ ਪਾਈ ਗਈ ਹੈ। ਸੋ ਮੰਗਲਵਾਰ ਨੂੰ ਵੈਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਖਾਨ ਦੇ ਵਿੱਚ ਫਸੇ 39 ਦੇ ਵਿੱਚੋਂ 30 ਕਰਮੀਆਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ ਯੂਨਾਈਟਿਡ ਸਟੀਲ ਵਰਕਰਸ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਸਾਰੇ ਸੁਰੱਖਿਅਤ ਬਾਹਰ ਨਿਕਲ ਆਉਣਗੇ। ਕੰਪਨੀ ਨੇ ਕਿਹਾ ਹੈ ਕਿ ਮਜ਼ਦੂਰਾਂ ਨੂੰ ਖਾਦ ਪਦਾਰਥ, ਪੀਣ ਵਾਲਾ ਪਾਣੀ ਅਤੇ ਦਵਾਈਆਂ ਪਹੁੰਚਾ ਦਿੱਤੀਆਂ ਗਈਆਂ ਨੇ।
ਕੈਲੀਫੋਰਨੀਆ ਦੇ ਸ਼ਹਿਰ ਫ੍ਰਿਜ਼ਨੋ ਦੇ ਵਿੱਚ ਇੱਕ ਐਨੀਮਲ ਸ਼ੈਲਟਰ ਦੇ ਨੇੜੇ ਹਾਈਵੇ 99 ਤੇ ਕਾਰ ਨੂੰ ਅੱਗ ਲੱਗ ਗਈ ਸੋ ਜਿਸ ਦੇ ਕਾਰਨ ਸਟਾਫ ਦੇ ਵਿੱਚ ਹਫੜਾ ਦਫੜੀ ਮਚ ਗਈ ਸੀ। ਇਸ ਅੱਗ ਕਾਰਨ ਪਸ਼ੂਆਂ ਦੇ ਇਸ ਸ਼ੈਲਟਰ ਦੇ ਲਈ ਖਤਰਾ ਪੈਦਾ ਹੋ ਗਿਆ ਸੀ। ਸੋ ਇਸ ਸੰਬੰਧੀ ਫ੍ਰਿਜ਼ਨੋ ਫਾਇਰ ਵਿਭਾਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੁੱਧਵਾਰ ਸਵੇਰੇ ਲਗਭਗ 9:30 ਤੇ ਬੇਲਮੌਂਟ ਐਵੇਨਿਊ ਅਤੇ ਹਾਈਵੇ 180 ਦੇ ਵਿਚਕਾਰ ਹਾਈਵੇ 99 ਤੇ ਨਾਲ ਲੱਗਦੇ ਕਾਰ ਨੂੰ ਕਈ ਥਾਵਾਂ ਤੇ ਅੱਗ ਲੱਗ ਗਈ। ਇਹਨਾਂ ਵਿੱਚੋਂ 2 ਥਾਂ ਅੱਗ ਹਾਈਵੇ 99 ਅਤੇ ਨੀਲਸਨ ਦੇ ਨੇੜੇ ਲੱਗੀ ਜਿੱਥੇ ਫ੍ਰਿਜ਼ਨੋ ਹਿਊਮਨ ਐਨੀਮਲ ਸਰਵਿਸਿਜ਼ ਸ਼ੈਲਟਰ ਹਾਈਵੇ ਨੇੜੇ ਸਥਿਤ ਹੈ ਜਦਕਿ ਸ਼ੈਲਟਰ ਦਾ ਮੁੱਖ ਦਫ਼ਤਰ ਅੱਗ ਤੋਂ ਕੁਝ ਦੂਰੀ ਤੇ ਹੀ ਸਥਿਤ ਸੀ। ਸੋ ਇਸ ਐਨੀਮਲ ਸ਼ੈਲਟਰ ਦੇ ਕਰਮਚਾਰੀਆਂ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਵਿਭਾਗ ਦੁਆਰਾ ਕਾਰਵਾਈ ਕਰਦਿਆਂ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਲਈ ਸਭ ਤੋਂ ਵੱਡੀ ਖਬਰ ਹੈ ਔਰ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਦਰਅਸਲ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਮਾਈਗ੍ਰੈਂਟਸ ਨੂੰ ਅੱਜ ਇੱਕ ਵੱਡੀ ਰਾਹਤ ਦਿੰਦਿਆਂ ਵਨ ਆਫ ਰੈਜ਼ੀਡੈਂਸੀ ਕੈਟਾਗਰੀ ਦਾ ਰੈਜ਼ੀਡੈਂਸੀ ਵੀਜ਼ਾ 2021 ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਤਹਿਤ 1,65,000 ਕੱਚੇ ਮਾਈਗ੍ਰੈਂਟਸ ਦਾ ਨਿਊਜ਼ੀਲੈਂਡ ਦੇ ਵਿੱਚ ਪੱਕੇ ਹੋਣ ਦਾ ਰਾਹ ਖੁੱਲ ਗਿਆ ਹੈ। ਸੋ ਇਸ ਅਨਾਉਂਸਮੈਂਟ ਤਹਿਤ ਬਹੁਤ ਸਾਰੇ ਭਾਰਤੀ ਅਤੇ ਖਾਸ ਤੌਰ ਤੇ ਪੰਜਾਬੀ ਜੋ ਕਿ ਲੰਬੇ ਸਮੇਂ ਤੋਂ ਨਿਊਜ਼ੀਲੈਂਡ ਦੇ ਵਿੱਚ ਬੰਦ ਪਏ ਪੀਆਰ ਸਿਸਟਮ ਤੋਂ ਹਤਾਸ਼ ਹੋ ਗਏ ਸਨ, ਕੈਨੇਡਾ ਵਰਗੇ ਮੁਲਕਾਂ ਦਾ ਰੁਖ ਕਰਨ ਦੇ ਲਈ ਮਜਬੂਰ ਹੋ ਗਏ ਸਨ, ਉਹਨਾਂ ਦੇ ਲਈ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਪੱਕੇ ਹੋਣ ਦਾ ਰਾਹ ਖੁੱਲ ਗਿਆ ਹੈ। ਹਾਲਾਂਕਿ ਜਿਹੜੇ ਮਾਈਗ੍ਰੈਂਟਸ ਕੋਵਿਡ ਦੇ ਚੱਲਦਿਆਂ ਨਿਊਜ਼ੀਲੈਂਡ ਤੋਂ ਬਾਹਰ ਫਸੇ ਹੋਏ ਨੇ ਉਹਨਾਂ ਨੇ ਇਹ ਰੂਲ ਲਾਗੂ ਨਹੀਂ ਹੁੰਦਾ ਅਤੇ ਉਹਨਾਂ ਨੂੰ ਅਜੇ ਹੋਰ ਉਡੀਕ ਕਰਨੀ ਪੈ ਸਕਦੀ ਹੈ। ਤਾਲਿਬਾਨ ਦੇ ਸੱਤਾ ਸੰਭਾਲਣ ਮਗਰੋਂ ਅਫਗਾਨਿਸਤਾਨ ਦੇ ਲਈ ਤੁਰਕੀ ਅਤੇ ਉਜ਼ਬੇਕਿਸਤਾਨ ਜਲਦੀ ਹੀ ਉਡਾਣਾ ਸ਼ੁਰੂ ਕਰਨ ਜਾ ਰਹੇ ਨੇ। ਹਾਲਾਂਕਿ ਭਾਰਤ ਦੇ ਵੱਲੋਂ ਅਜੇ ਇਸ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ। ਬੀਤੇ ਦਿਨ ਹੀ ਤਾਲਿਬਾਨ ਨੇ ਇੱਕ ਚਿੱਠੀ ਭੇਜ ਕੇ ਭਾਰਤ ਸਰਕਾਰ ਨੂੰ 15 ਅਗਸਤ ਤੋਂ ਬੰਦ ਪਈਆਂ ਅਫਗਾਨਿਸਤਾਨ ਦੇ ਲਈ ਉਡਾਣਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ। ਇੱਕ ਸੀਨੀਅਰ ਸਰਕਾਰੀ ਸੂਤਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਕਾਬੁਲ ਦੇ ਲਈ ਵਣਜੀਕ ਉਡਾਣਾ ਮੁੜ ਸ਼ੁਰੂ ਕਰਨ ਦੇ ਫੈਸਲੇ ਦੀ ਸਮੀਖਿਆ DGCA, ਹਵਾਈ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਨਾਲ-ਨਾਲ ਸਮਰਾਟ ਅਥਾਰਟੀ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ। ਅਫਗਾਨਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੇ ਭਾਰਤ ਦੇ ਹਵਾਈ ਮੰਤਰਾਲੇ ਨੂੰ ਭੇਜੀ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਕਤਰ ਦੀ ਤਕਨੀਕ ਟੀਮ ਨੇ ਕਾਬੁਲ ਕੌਮਾਂਤਰੀ ਹਵਾਈ ਅੱਡੇ ਨੂੰ ਐਕਟਿਵ ਕਰ ਦਿੱਤਾ ਹੈ ਅਤੇ ਇਹ ਹੁਣ ਪੂਰੀ ਤਰ੍ਹਾਂ ਦੇ ਲਈ ਤਿਆਰ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਛੱਡ ਰਹੇ ਨੇ ਅਤੇ ਭਾਜਪਾ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ। ਸੋ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨਾ ਸਾਧਿਆ ਹੈ ਕਿ ਕਿਹਾ ਹੈ ਜੇਕਰ ਉਹ ਕਿਸੇ ਵੀ ਸੀਟ ਤੋਂ ਚੋਣ ਲੜਦੇ ਹਨ ਤਾਂ ਉਹਨਾਂ ਨੂੰ ਜਿੱਤਣ ਨਹੀਂ ਦਿੱਤਾ ਜਾਵੇਗਾ। ਦਿੱਲੀ ਤੋਂ ਚੰਡੀਗੜ੍ਹ ਵਾਪਸ ਆਉਣ ਤੇ ਕੈਪਟਨ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਮੈਂ ਕਾਂਗਰਸ ਪਾਰਟੀ ਛੱਡ ਰਿਹਾ ਹਾਂ ਅਤੇ ਮੈਂ ਇਸ ਪਾਰਟੀ ਦੇ ਵਿੱਚ ਨਹੀਂ ਹਾਂ ਪਰ ਮੈਂ ਭਾਜਪਾ ਦੇ ਵਿੱਚ ਸ਼ਾਮਿਲ ਨਹੀਂ ਹੋ ਰਿਹਾ। ਆਪਣੀ ਅਗਲੀ ਰਣਨੀਤੀ ਬਾਰੇ ਪੁੱਛਣ ਤੇ ਉਹ ਟਾਲਾ ਵੱਟਦੇ ਹੋਏ ਨਜ਼ਰ ਆਏ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਦੱਸ ਦੇਣਗੇ। ਪੰਜਾਬ ਕਾਂਗਰਸ ਦੇ ਫਲੋਰ ਟੈਸਟ ਬਾਰੇ ਕੈਪਟਨ ਨੇ ਕਿਹਾ ਹੈ ਕਿ ਇਹ ਫੈਸਲਾ ਸਪੀਕਰ ਨੇ ਲੈਣਾ ਹੈ ਅਤੇ ਉਹ ਕੁਝ ਨਹੀਂ ਕਹਿ ਸਕਦੇ। ਪੰਜਾਬ ਦੇ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਐਕਸ਼ਨ ਦੇ ਵਿੱਚ ਦਿਖ ਰਹੇ ਨੇ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਪੁਲਿਸ ਹੈੱਡਕੁਆਰਟਰ ਦੇ ਵਿੱਚ ਅਚਨਚੇਤ ਛਾਪਾ ਮਾਰਿਆ ਗਿਆ। ਸੋ ਛਾਪੇਮਾਰੀ ਦੌਰਾਨ ਉਹਨਾਂ ਦੇ ਨਾਲ DGP ਇਕਬਾਲਪ੍ਰੀਤ ਸਿੰਘ ਸਹੋਤਾ ਤੇ ਹੋਰ ਕਈ ਸੀਨੀਅਰ ਅਫਸਰ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮੇਰੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਉਹ ਸਵੇਰੇ ਸਰਕਾਰੀ ਦਫ਼ਤਰ ਖੁੱਲਣ ਤੇ ਸਮੇਂ 9 ਵਜੇ ਅਚਨਚੇਤੀ ਚੈਕਿੰਗ ਦੇ ਲਈ ਸੈਕਟਰ 9 ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਦੇ ਵਿੱਚ ਪਹੁੰਚ ਗਏ। ਸੋ ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।